प्यारे विद्यार्थियों, पाठ नंबर 22 लोकतंत्र संस्थात्मक प्रतिनिधिता ਦੀ ਦੁਹਰਾਈ ਵੱਲੋਂ ਗੌਰਵ ਦੁੱਗਲ SS ਮਾਸਟਰ ਸਰਕਾਰੀ ਮਿਡਲ ਸਕੂਲ ਜਗਤ ਸਿੰਘ ਵਾਲਾ ਸ਼੍ਰੀ ਮੁਕਤਸਰ ਸਾਹਿਬ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਧੁਨਿਕ ਯੁੱਗ ਵਿੱਚ ਵਧੇਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰ ਹੈ। ਤੁਸੀਂ ਜਾਣਦੇ ਹੋ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ। ਲੋਕ ਆਪਣਾ ਸ਼ਾਸਨ ਪ੍ਰਬੰਧ ਅਸਿੱਧੇ ਰੂਪ ਵਿੱਚ ਆਪ ਚਲਾਉਂਦੇ ਹਨ। ਇਸ ਸਰਕਾਰ ਨੂੰ ਪ੍ਰਤੀਨਿਧ ਲੋਕਤੰਤਰ ਵੀ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਲੋਕਤੰਤਰ ਦਾ ਅਨਿੱਖੜਵਾਂ ਅੰਗ ਚੋਣਾਂ ਹਨ। ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਇੱਕ ਸੁਤੰਤਰ ਸੰਸਥਾ ਚੋਣ ਕਮਿਸ਼ਨ ਬਣਾਈ ਗਈ ਹੈ, ਜਿਸ ਦਾ ਪ੍ਰਧਾਨ ਚੋਣ ਕਮਿਸ਼ਨਰ ਹੁੰਦਾ ਹੈ ਅਤੇ ਇਸ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਚੋਣ ਕਮਿਸ਼ਨ ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਕਰਵਾਉਂਦਾ ਹੈ। ਦੇਸ਼ ਦੇ ਰਾਜਨੀਤਿਕ ਦਲ ਚੋਣਾਂ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ। ਰਾਜਨੀਤਿਕ ਦਲ ਹੀ ਉਮੀਦਵਾਰ ਨਾਮਜ਼ਦ ਕਰਦੇ ਹਨ ਅਤੇ ਚੋਣ ਲੜਨ ਵਿੱਚ ਮਦਦ ਕਰਦੇ ਹਨ। ਤਾਂ ਹੁਣ ਆਪਾਂ ਥੋੜ੍ਹੀ ਜਿਹੀ ਦੁਹਰਾਈ ਕਰਾਂਗੇ ਖਾਲੀ ਸਥਾਨਾਂ ਦੇ ਰੂਪ ਵਿੱਚ। ਸਭ ਤੋਂ ਪਹਿਲਾਂ ਜੋ ਖਾਲੀ ਸਥਾਨ ਬੱਚਿਓ ਭਰਨਾ ਹੈ, ਲੋਕਤੰਤਰੀ ਸਰਕਾਰ ਲੋਕਾਂ ਦੀ ਡੈਸ਼ ਲਈ ਅਤੇ ਡੈਸ਼ ਦੁਆਰਾ ਹੁੰਦੀ ਹੈ। ਲੋਕਤੰਤਰੀ ਸਰਕਾਰ ਲੋਕਾਂ ਦੀ ਡੈਸ਼ ਲਈ ਅਤੇ ਡੈਸ਼ ਦੁਆਰਾ ਹੁੰਦੀ ਹੈ। ਦੂਜਾ, ਚੋਣ ਕਮਿਸ਼ਨਰ ਨੂੰ ਡੈਸ਼ ਨਿਯੁਕਤ ਕਰਦਾ ਹੈ। ਚੋਣ ਕਮਿਸ਼ਨਰ ਨੂੰ ਡੈਸ਼ ਨਿਯੁਕਤ ਕਰਦਾ ਹੈ। ਤੀਜਾ, ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਡੈਸ਼ ਕਰਾਉਂਦਾ ਹੈ। ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਡੈਸ਼ ਕਰਾਉਂਦਾ ਹੈ। ਨੰਬਰ 4, ਲੋਕਤੰਤਰ ਸਰਕਾਰ ਨੂੰ ਡੈਸ਼ ਲੋਕਤੰਤਰ ਵੀ ਕਿਹਾ ਜਾਂਦਾ ਹੈ। ਲੋਕਤੰਤਰ ਸਰਕਾਰ ਨੂੰ ਡੈਸ਼ ਲੋਕਤੰਤਰ ਵੀ ਕਿਹਾ ਜਾਂਦਾ ਹੈ। 5, ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਡੈਸ਼ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਡੈਸ਼ ਕਿਹਾ ਜਾਂਦਾ ਹੈ। ਆਓ ਇਸ ਦੇ ਉੱਤਰ ਦੇਖਦੇ ਹਾਂ। ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ। ਚੋਣ ਕਮਿਸ਼ਨਰ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਦੇਸ਼ ਵਿੱਚ ਹਰ ਪੱਧਰ ਦੀਆਂ ਚੋਣਾਂ ਚੋਣ ਕਮਿਸ਼ਨ ਕਰਾਉਂਦਾ ਹੈ। ਲੋਕਤੰਤਰ ਸਰਕਾਰ ਨੂੰ ਪ੍ਰਤੀਨਿਧ ਲੋਕਤੰਤਰ ਵੀ ਕਿਹਾ ਜਾਂਦਾ ਹੈ। ਚੋਣ ਕਮਿਸ਼ਨ ਦੇ ਪ੍ਰਧਾਨ ਨੂੰ ਚੋਣ ਕਮਿਸ਼ਨਰ ਕਿਹਾ ਜਾਂਦਾ ਹੈ। ਸਰਵ ਵਿਆਪਕ ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਬਾਲਗ ਮਤ ਅਧਿਕਾਰ ਹੀ ਹੈ। ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਬਿਨਾਂ ਕਿਸੇ ਵਿਤਕਰੇ ਤੋਂ ਹਰ ਬਾਲਗ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਬਾਲਗ ਨਾਗਰਿਕ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਚੋਣਾਂ ਲੋਕਤੰਤਰ ਰਾਜ ਵਿੱਚ ਸ਼ਾਸਨ ਸ਼ਕਤੀ ਜੋ ਲੋਕਾਂ ਦੇ ਪ੍ਰਤੀਨਿਧਾਂ ਕੋਲ ਹੁੰਦੀ ਹੈ ਅਤੇ ਚੋਣਾਂ ਰਾਹੀਂ ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ ਅਤੇ ਉਹ ਪ੍ਰਤੀਨਿਧ ਅੱਗੇ ਸਰਕਾਰ ਨੂੰ ਬਣਾਉਂਦੇ ਹਨ। ਤਾਂ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਚੋਣਾਂ ਰਾਹੀਂ ਲੋਕ ਆਪਣੇ ਜਿਹੜੇ ਹੈਗੇ ਆ ਪ੍ਰਤੀਨਿਧਾਂ ਦੀ ਚੋਣ ਕਰਦੇ ਆ। ਇਹਨਾਂ ਚੋਣਾਂ ਰਾਹੀਂ ਲੋਕ ਸਰਕਾਰ ਬਦਲ ਸਕਦੇ ਆ। ਇਹ ਚੋਣਾਂ ਦੇ ਰਾਹੀਂ ਕਾਰਜਪਾਲਿਕਾ ਉੱਤੇ ਕੰਟਰੋਲ ਰਹਿੰਦਾ ਹੈ। ਚੋਣਾਂ ਆਮ ਅਤੇ ਮੱਧਕਾਲੀਨ ਚੋਣਾਂ ਦੋ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ। ਹੁਣ ਆਪਾਂ ਦੁਹਰਾਈ ਕਰਾਂਗੇ ਬੱਚਿਓ। ਸਹੀ ਗਲਤ ਦੀ ਚੋਣ ਕਰਕੇ ਤੁਸੀਂ ਚੁਣਨਾ ਹੈ ਕਿਹੜੀ ਜੋ ਲਾਈਨ ਹੈ ਸਹੀ ਹੈ ਔਰ ਕਿਹੜੀ ਗਲਤ ਹੈ। ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਹੈ। ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲ ਜਾਨ ਹੈ। ਨੰਬਰ 2,
ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਨੰਬਰ 3, ਬਾਲਗ ਨਾਗਰਿਕ ਦੀ ਉਮਰ 21 ਸਾਲ ਹੈ। ਬਾਲਗ ਨਾਗਰਿਕ ਦੀ ਉਮਰ ਨਿਸ਼ਚਿਤ ਜੋ ਕੀਤੀ ਗਈ ਹੈ ਉਹ 21 ਸਾਲ ਹੈ। ਨੰਬਰ 4, ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ। ਨੰਬਰ 5, ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ। ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ। ਤਾਂ ਆਓ ਇਹਨਾਂ ਦੇ ਸਹੀ ਉੱਤਰ ਦੇਖਦੇ ਹਾਂ। ਪਹਿਲਾ ਸਹੀ ਹੈ, ਬਾਲਗ ਮਤ ਅਧਿਕਾਰ ਲੋਕਤੰਤਰੀ ਪ੍ਰਣਾਲੀ ਦੀ ਅਸਲੀ ਜਾਨ ਹੈ। ਦੂਜਾ ਗਲਤ ਹੈ, ਭਾਰਤ ਵਿੱਚ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਨਹੀਂ, ਇਹ ਗਲਤ ਹੈ, ਕਿਉਂਕਿ ਹਰ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਬਾਲਗ ਨਾਗਰਿਕ ਦੀ ਉਮਰ 21 ਸਾਲ ਹੈ, ਇਹ ਗਲਤ ਹੈ, ਕਿਉਂਕਿ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ। ਅਸੀਂ ਚੋਣਾਂ ਰਾਹੀਂ ਪ੍ਰਤੀਨਿਧਾਂ ਦੀ ਚੋਣ ਕਰਦੇ ਹਾਂ, ਸਹੀ ਹੈ। ਅਸੀਂ ਚੋਣਾਂ ਰਾਹੀਂ ਸਰਕਾਰ ਨਹੀਂ ਬਦਲ ਸਕਦੇ, ਇਹ ਗਲਤ ਹੈ, ਕਿਉਂਕਿ ਅਸੀਂ ਚੋਣਾਂ ਰਾਹੀਂ ਸਰਕਾਰ ਬਦਲ ਸਕਦੇ ਹਾਂ। ਗੁਪਤ ਮਤਦਾਨ। ਗੁਪਤ ਮਤਦਾਨ ਲੋਕਤੰਤਰੀ ਚੋਣਾਂ ਦਾ ਮਹੱਤਵਪੂਰਨ ਆਧਾਰ ਹੈ। ਇਸ ਵਿੱਚ ਲੋਕ ਦਖਲਅੰਦਾਜ਼ੀ ਜਿਹੜੀ ਹੈਗੀ ਹੈ ਉਹ ਨਹੀਂ ਚਾਹੁੰਦੇ। ਕਿਸੇ ਦੀ ਵੀ ਦਖਲਅੰਦਾਜ਼ੀ ਨਹੀਂ ਹੁੰਦੀ ਕਿ ਤੁਸੀਂ ਕਿਸ ਨੂੰ ਵੋਟ ਪਾਓ। ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਜ਼ਰੂਰੀ ਹੈ। ਵੋਟਰ ਆਪਣਾ ਉਮੀਦਵਾਰ ਗੁਪਤ ਚੁਣਦਾ ਹੈ ਅਤੇ ਅੱਜ ਕੱਲ੍ਹ ਇਲੈਕਟ੍ਰੋਨਿਕ ਮਸ਼ੀਨਾਂ ਦੀ ਵਰਤੋਂ ਹੋਣ ਲੱਗ ਪਈ ਹੈ। ਚੋਣ ਪ੍ਰਕਿਰਿਆ। ਤਾਂ ਚੋਣ ਪ੍ਰਕਿਰਿਆ ਦੇ ਵਿੱਚ ਸਭ ਤੋਂ ਪਹਿਲਾਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ, ਜੋ ਕਿ ਪਾਰਟੀ ਕਰਦੀ ਹੈ, ਦਲ ਕਰਦੇ ਹੈ, ਕਈ ਆਜ਼ਾਦ ਉਮੀਦਵਾਰ ਵੀ ਆਪਣੇ ਤੌਰ 'ਤੇ ਖੜ੍ਹੇ ਹੁੰਦੇ ਹੈ। ਤਾਂ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਕਾਨੂੰਨੀ ਤੌਰ 'ਤੇ 25 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਨਾਗਰਿਕ ਯਾਨੀ ਕਿ ਵੋਟਰ ਚੋਣ ਲੜ ਸਕਦਾ ਹੈ। ਉਸ ਤੋਂ ਬਾਅਦ ਨਾਮਜ਼ਦਗੀ ਪੱਤਰ ਭਰੇ ਜਾਂਦੇ ਹੈ। ਫਿਰ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ, ਉਸ ਸਮੇਂ ਤੱਕ ਤੁਸੀਂ ਜੇ ਚਾਹੋ ਤਾਂ ਆਪਦਾ ਨਾਮਜ਼ਦਗੀ ਪੱਤਰ ਵਾਪਸ ਵੀ ਲੈ ਸਕਦੇ ਹੋ। ਫਿਰ ਜਿਹੜਾ ਚੋਣ ਨਿਸ਼ਾਨ ਹੁੰਦਾ ਹੈ, ਰਾਸ਼ਟਰੀ ਦਲਾਂ ਦੇ ਚੋਣ ਨਿਸ਼ਾਨ ਪੱਕੇ ਹੁੰਦੇ ਆ। ਬਾਕੀ ਉਮੀਦਵਾਰਾਂ ਨੂੰ ਕੁਝ ਦਿਨ ਪਹਿਲਾਂ ਚੋਣਾਂ ਤੋਂ ਚੋਣ ਨਿਸ਼ਾਨ ਦਿੱਤੇ ਜਾਂਦੇ ਆ। ਇਹਨਾਂ ਚੋਣ ਨਿਸ਼ਾਨਾਂ ਦਾ ਜਿਹੜੀ ਮੇਨ ਹੋਂਦ ਹੈ ਮੁੱਖ ਰੂਪ ਦੇ ਵਿੱਚ ਉਹ ਅਨਪੜ੍ਹ ਲੋਕਾਂ ਲਈ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਚੋਣ ਮਨੋਰਥ ਪੱਤਰ ਜਿਹੜੇ ਹੈਗੇ ਆ ਛਾਪੇ ਜਾਂਦੇ ਆ। ਪਾਰਟੀਆਂ ਆਪਣੇ ਜਾਂ ਜੋ ਉਮੀਦਵਾਰ ਹੈ ਉਹ ਆਪਦਾ ਮਨੋਰਥ ਪੱਤਰ ਜਾਰੀ ਕਰਦਾ ਹੈ। ਉਸ ਤੋਂ ਬਾਅਦ ਚੋਣ ਮੁਹਿੰਮ ਹੁੰਦੀ ਹੈ। ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਾਰਟੀਆਂ ਦੇ ਉਮੀਦਵਾਰ ਵੱਖੋ ਵੱਖਰੇ ਢੰਗਾਂ ਦੇ ਨਾਲ ਆਪਣੀ ਚੋਣ ਮੁਹਿੰਮ ਕਰਦੇ ਹਨ। ਫਿਰ ਵੋਟਾਂ ਦੀ ਗਿਣਤੀ ਹੁੰਦੀ ਹੈ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਜਿਸ ਉਮੀਦਵਾਰ ਨੂੰ ਵੱਧ ਵੋਟਾਂ ਪਈਆਂ ਉਸ ਨੂੰ ਜੇਤੂ ਐਲਾਨਿਆ ਜਾਂਦਾ। ਆਓ ਹੁਣ ਆਪਾਂ ਖਾਲੀ ਸਥਾਨ ਦੇ ਰੂਪ ਵਿੱਚ ਹੁਣ ਤੱਕ ਦੇ ਕੰਮ ਦੀ ਆਪਾਂ ਦੁਹਰਾਈ ਕਰਦੇ ਹਾਂ। ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਡੈਸ਼ ਹੈ। ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਡੈਸ਼ ਹੈ। ਅੱਜ ਕੱਲ੍ਹ ਚੋਣਾਂ ਸਮੇਂ ਡੈਸ਼ ਦੀ ਵਰਤੋਂ ਹੋਣ ਲੱਗੀ ਹੈ। ਅੱਜ ਕੱਲ੍ਹ ਚੋਣਾਂ ਸਮੇਂ ਡੈਸ਼ ਦੀ ਵਰਤੋਂ ਹੋਣ ਲੱਗੀ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਡੈਸ਼ ਦਾ ਐਲਾਨ ਕੀਤਾ ਜਾਂਦਾ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਡੈਸ਼ ਦਾ ਐਲਾਨ ਕੀਤਾ ਜਾਂਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਡੈਸ਼ ਵਾਪਸ ਲੈ ਸਕਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਡੈਸ਼ ਵਾਪਸ ਲੈ ਸਕਦਾ ਹੈ। ਤਾਂ ਉੱਤਰ ਦੇਖਦੇ ਹਾਂ। ਤਾਂ ਪਹਿਲੇ ਦਾ ਜੋ ਹੈਗਾ ਲੋਕਤੰਤਰੀ ਚੋਣਾਂ ਦਾ ਮੁੱਖ ਆਧਾਰ ਗੁਪਤ ਮਤਦਾਨ ਹੈ। ਅੱਜ ਕੱਲ੍ਹ ਚੋਣਾਂ ਸਮੇਂ ਇਲੈਕਟ੍ਰੋਨਿਕ ਮਸ਼ੀਨਾਂ ਦੀ ਵਰਤੋਂ ਹੋਣ ਲੱਗੀ ਹੈ। ਚੋਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲਾਂ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ। ਨਿਸ਼ਚਿਤ ਸਮੇਂ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ। ਰਾਜਨੀਤਿਕ ਦਲ। ਰਾਜਨੀਤਿਕ ਮੁੱਦਿਆਂ ਬਾਰੇ ਇੱਕੋ ਜਿਹੀ ਰਾਏ
ਜਾਂ ਵਿਚਾਰਧਾਰਾ ਰੱਖਣ ਵਾਲੇ ਸਮੂਹਾਂ ਨੂੰ ਰਾਜਨੀਤਿਕ ਦਲ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਦਲ ਦੇ ਵਿੱਚ ਦਾਖਲੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਹਰੇਕ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ ਹੈ। ਹਰੇਕ ਰਾਜਨੀਤਿਕ ਦਲ ਆਪਣਾ ਪ੍ਰੋਗਰਾਮ ਅਤੇ ਨੀਤੀਆਂ ਜਨਤਾ ਦੇ ਸਾਹਮਣੇ ਰੱਖਦਾ ਹੈ। ਸੱਤਾਧਾਰੀ ਦਲ ਪ੍ਰੋਗਰਾਮ ਅਤੇ ਨੀਤੀਆਂ ਦਾ ਪੱਖ ਪੂਰਦਾ ਹੈ, ਜਦੋਂ ਕਿ ਵਿਰੋਧੀ ਦਲ ਆਲੋਚਨਾ ਕਰਦਾ ਹੈ। ਵਿਰੋਧੀ ਦਲ ਮਹੱਤਵ ਵੀ ਕਹਿ ਦਈਏ ਆਪਾਂ, ਵਿਰੋਧੀ ਦਲ ਦਾ ਜਿਹੜਾ ਮਹੱਤਵ ਹੈ ਉਹ ਸੱਤਾਧਾਰੀ ਦਲ ਜਿੰਨਾ ਹੀ ਹੁੰਦਾ ਹੈ। ਰਾਜਨੀਤਿਕ ਦਲ ਦੇ ਕੰਮ ਤਾਂ ਬੱਚਿਓ, ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਨੇ ਚੋਣ ਲੜਨਾ ਹੁੰਦਾ ਹੈ। ਉਸ ਤੋਂ ਬਾਅਦ ਰਾਜਨੀਤਿਕ ਦਲ ਜੋ ਹੈ ਉਹ ਉਮੀਦਵਾਰਾਂ ਦੀ ਚੋਣ ਕਰਦੇ ਹੈ ਕਿ ਕਿਸ ਜੋ ਵਿਅਕਤੀ ਨੂੰ ਕਿਹੜੀ ਇਲਾਕੇ ਦੇ ਵਿੱਚ, ਕਿਹੜੇ ਖੇਤਰ ਦੇ ਵਿੱਚ ਉਮੀਦਵਾਰ ਦੇ ਲਈ ਖੜਾ ਕੀਤਾ ਜਾਵੇ। ਉਸ ਤੋਂ ਬਾਅਦ ਰਾਜਨੀਤਿਕ ਦਲ ਜਿਹੜੇ ਹੈਗੇ ਆ ਉਹ ਜਨਤਾ ਨੂੰ ਰਾਸ਼ਟਰੀ ਮੁੱਦਿਆਂ ਤੋਂ ਜਾਣੂ ਕਰਾਉਂਦੇ ਆ। ਵੱਖ-ਵੱਖ ਦੇਸ਼ਾਂ ਦੇ ਵਿੱਚ ਕਈ ਦਲੀ ਪ੍ਰਣਾਲੀ ਹੈ। ਕਈ ਦੇਸ਼ਾਂ ਦੇ ਵਿੱਚ ਇੱਕ ਦਲ, ਕਈਆਂ 'ਚ ਦੋ ਦਲ ਜਾਂ ਬਹੁਦਲ ਪ੍ਰਣਾਲੀ ਹੈ। ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਦਲ ਪ੍ਰਣਾਲੀ ਹੈ, ਜਦੋਂ ਕਿ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ। ਤਾਂ ਇਹ ਸਨ ਰਾਜਨੀਤਿਕ ਦਲ ਦੇ ਕੰਮ। ਹੁਣ ਆਪਾਂ ਦੁਹਰਾਈ ਕਰਾਂਗੇ ਸਹੀ ਗਲਤ ਦੀ ਚੋਣ ਕਰਕੇ। ਨੰਬਰ 1, ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਦੱਸਣਾ ਤੁਸੀਂ ਸਹੀ ਹੈ ਕਿ ਗਲਤ ਹੈ। ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਨੰਬਰ 2, ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ ਹੈ। ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ। ਨੰਬਰ 3, ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਇਹ ਤੁਸੀਂ ਦੱਸਣਾ ਸਹੀ ਹੈ ਕਿ ਗਲਤ ਹੈ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਤਾਂ ਆਓ ਇਹਨਾਂ ਦੇ ਆਪਾਂ ਉੱਤਰ ਦੇਖਦੇ ਹਾਂ। ਪਹਿਲੇ ਦਾ ਉੱਤਰ ਦੇਖਦੇ ਹਾਂ। ਰਾਜਨੀਤਿਕ ਦਲ ਵਿੱਚ ਕਿਸੇ ਨਾਗਰਿਕ ਨੂੰ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਨਹੀਂ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਹਰੇਕ ਦੀ ਆਪਦੀ ਚੋਣ ਹੁੰਦੀ ਹੈ। ਨੰਬਰ 2, ਹਰੇਕ ਪਾਰਟੀ ਜਾਂ ਦਲ ਸਰਕਾਰ ਬਣਾਉਣ ਦਾ ਚਾਹਵਾਨ ਹੁੰਦਾ ਹੈ। ਸਹੀ ਹੈ। ਨੰਬਰ 3, ਰਾਜਨੀਤਿਕ ਦਲ ਦਾ ਆਪਣਾ ਕੋਈ ਪ੍ਰੋਗਰਾਮ ਜਾਂ ਨੀਤੀ ਨਹੀਂ ਹੁੰਦੀ। ਇਹ ਗਲਤ ਹੈ, ਕਿਉਂਕਿ ਹਰੇਕ ਰਾਜਨੀਤਿਕ ਦਲ ਦਾ ਕੋਈ ਨਾ ਕੋਈ ਪ੍ਰੋਗਰਾਮ ਜਾਂ ਨੀਤੀ ਹੁੰਦੀ ਹੈਗੀ ਹੈ, ਜੋ ਮਨੋਰਥ ਪੱਤਰ ਦੇ ਵਿੱਚ ਉਹ ਆਪਣੇ ਜਨਤਾ ਦੇ ਸਾਹਮਣੇ ਪੇਸ਼ ਕਰਦੇ ਹੈਗੇ ਆ। ਨੰਬਰ 4, ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। ਬਿਲਕੁਲ ਸਹੀ ਹੈ। ਤਾਂ ਇਹ ਸਨ ਸਹੀ ਗਲਤ। ਹੁਣ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ। ਤਾਂ ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ, ਅਲੱਗ-ਅਲੱਗ ਜੋ ਚੋਣ ਨਿਸ਼ਾਨ ਨੇ ਇਹ ਦੱਸਦੇ ਨੇ ਕਿ ਭਾਰਤ ਵਿੱਚ ਵੱਖ-ਵੱਖ ਰਾਜਨੀਤਿਕ ਦਲ ਨੇ। ਆਓ ਅੱਗੇ ਆਪਾਂ ਉਹਨਾਂ ਦਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਰਾਜਨੀਤਿਕ ਦਲਾਂ ਦੀ ਵੰਡ। ਨੰਬਰ 1, ਰਾਸ਼ਟਰੀ ਦਲ। ਤਾਂ ਵਿਦਿਆਰਥੀਓ, ਰਾਸ਼ਟਰੀ ਦਲ ਉਹ ਹੁੰਦੇ ਆ ਜਿਹੜੇ ਸਾਰੇ ਭਾਰਤ ਵਿੱਚ ਕੰਮ ਕਰਦੇ ਆ। ਠੀਕ ਹੈ। ਔਰ ਖੇਤਰੀ ਦਲ ਉਹ ਹੁੰਦੇ ਆ ਜਿਹੜੇ ਇੱਕ ਜਾਂ ਦੋ ਰਾਜਾਂ ਤੱਕ ਸੀਮਤ ਹੁੰਦੇ ਆ, ਉਹਨਾਂ ਨੂੰ ਖੇਤਰੀ ਦਲ ਕਿਹਾ ਜਾਂਦਾ ਹੈ। ਪਰ ਹਾਂ, ਜੇ ਕੋਈ ਦਲ 4 ਜਾਂ 5 ਰਾਜਾਂ ਵਿੱਚ ਹੋਵੇ, ਜਾਣੀ ਕਿ 4 ਜਾਂ 5 ਰਾਜਾਂ 'ਚ ਉਹਦੀ ਹੋਂਦ ਹੋਵੇ, ਤਾਂ ਚੋਣ ਕਮਿਸ਼ਨ ਉਸ ਨੂੰ ਰਾਸ਼ਟਰੀ ਦਲ ਕਰਾਰ ਕਰ ਸਕਦਾ ਹੈ ਜਾਂ ਕਰ ਦਿੰਦਾ। ਤਾਂ ਇਹ ਸੀ ਰਾਜਨੀਤਿਕ ਦਲਾਂ ਦੀ ਵੰਡ। ਹੁਣ ਆਪਾਂ ਖਾਲੀ ਸਥਾਨ ਭਰ ਕੇ ਆਪਾਂ ਦੁਹਰਾਈ ਕਰਾਂਗੇ। ਸਾਰੇ ਭਾਰਤ ਵਿੱਚ ਕੰਮ ਕਰਨ ਵਾਲੇ ਦਲ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਰੇ ਭਾਰਤ ਵਿੱਚ ਕੰਮ ਕਰਨ ਵਾਲੇ ਦਲ ਨੂੰ ਡੈਸ਼ ਕਿਹਾ ਜਾਂਦਾ ਹੈ। ਨੰਬਰ 2, 1-2 ਰਾਜਾਂ ਤੱਕ ਸੀਮਿਤ ਦਲਾਂ ਨੂੰ ਡੈਸ਼ ਦਲ ਕਿਹਾ ਜਾਂਦਾ ਹੈ। 1 ਜਾਂ 2 ਰਾਜਾਂ ਤੱਕ ਸੀਮਿਤ ਦਲਾਂ ਨੂੰ ਡੈਸ਼ ਦਲ ਕਿਹਾ ਜਾਂਦਾ ਹੈ।
ਉਮੀਦਵਾਰ ਦੀ ਚੋਣ ਡੈਸ਼ ਕਰਦੇ ਹਨ। ਉਮੀਦਵਾਰ ਦੀ ਚੋਣ ਡੈਸ਼ ਕਰਦੇ ਹਨ। ਨੰਬਰ 4, ਰਾਜਨੀਤਿਕ ਦਲ ਜਨਤਾ ਨੂੰ ਡੈਸ਼ ਮੁੱਦਿਆਂ ਤੋਂ ਜਾਣੂ ਕਰਾਉਂਦੇ ਹਨ। ਰਾਜਨੀਤਿਕ ਦਲ ਜਨਤਾ ਨੂੰ ਡੈਸ਼ ਮੁੱਦਿਆਂ ਤੋਂ ਜਾਣੂ ਕਰਾਉਂਦੇ ਹਨ। ਨੰਬਰ 5, ਰਾਜਨੀਤਿਕ ਦਲਾਂ ਦਾ ਕੰਮ ਡੈਸ਼ ਲੜਨਾ ਹੁੰਦਾ ਹੈ। ਰਾਜਨੀਤਿਕ ਦਲਾਂ ਦਾ ਕੰਮ ਡੈਸ਼ ਲੜਨਾ ਹੁੰਦਾ ਹੈ। ਆਓ ਉੱਤਰ ਦੇਖਦੇ ਹਾਂ। ਤਾਂ ਪਹਿਲਾ, ਸਾਰੇ ਭਾਰਤ ਵਿੱਚ ਕੰਮ ਕਰਨ ਵਾਲੇ ਦਲ ਨੂੰ ਰਾਸ਼ਟਰੀ ਦਲ ਕਿਹਾ ਜਾਂਦਾ ਹੈ। ਕਿਹੜਾ ਦਲ ਕਿਹਾ ਜਾਂਦਾ ਹੈ? ਰਾਸ਼ਟਰੀ ਦਲ। 1-2 ਰਾਜਾਂ ਤੱਕ ਸੀਮਿਤ ਦਲਾਂ ਨੂੰ ਖੇਤਰੀ ਦਲ ਕਿਹਾ ਜਾਂਦਾ ਹੈ। ਕਿਹੜਾ ਦਲ ਕਿਹਾ ਜਾਂਦਾ ਹੈ? ਖੇਤਰੀ ਦਲ। ਉਮੀਦਵਾਰ ਦੀ ਚੋਣ ਡੈਸ਼ ਕਰਦੇ ਹਨ। ਕਿਹੜੇ ਕਰਦੇ ਹਨ? ਰਾਜਨੀਤਿਕ ਦਲ। ਰਾਜਨੀਤਿਕ ਦਲ ਜਨਤਾ ਨੂੰ ਡੈਸ਼ ਮੁੱਦਿਆਂ ਤੋਂ ਜਾਣੂ ਕਰਾਉਂਦੇ ਹਨ। ਰਾਸ਼ਟਰੀ ਮੁੱਦਿਆਂ ਤੋਂ ਜਾਣੂ ਕਰਾਉਂਦੇ ਹਨ। ਰਾਜਨੀਤਿਕ ਦਲਾਂ ਦਾ ਕੰਮ ਡੈਸ਼ ਲੜਨਾ ਹੁੰਦਾ ਹੈ। ਚੋਣ ਲੜਨਾ ਹੁੰਦਾ ਹੈ। ਹੁਣ ਬੱਚਿਓ ਆਪਾਂ ਦੇਖਾਂਗੇ ਰਾਸ਼ਟਰੀ ਦਲ। ਤਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਇੱਕ ਪਾਸੇ ਪਾਰਟੀ ਦਾ ਨਿਸ਼ਾਨ ਹੈ, ਇੱਕ ਪਾਸੇ ਰਾਸ਼ਟਰੀ ਦਲ ਹੈ। ਤੁਸੀਂ ਅਕਸਰ ਹੀ ਅਖਬਾਰਾਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਇਹ ਪਾਰਟੀ ਦੇ ਨਿਸ਼ਾਨ ਜਦੋਂ ਚੋਣਾਂ ਹੁੰਦੀਆਂ ਤੁਸੀਂ ਅਕਸਰ ਹੀ ਇਹਨਾਂ ਨਿਸ਼ਾਨਾਂ ਨੂੰ ਦੇਖਦੇ ਆ। ਆਓ ਦੇਖਦੇ ਹਾਂ ਕਿਹੜੀ ਪਾਰਟੀ ਦਾ ਨਿਸ਼ਾਨ ਅਤੇ ਉਹਦਾ ਰਾਸ਼ਟਰੀ ਦਾ ਦਲ ਦਾ ਨਾਂ ਕੀ ਹੈ। ਤਾਂ ਜਿਵੇਂ ਕਿ ਤੁਸੀਂ ਪਹਿਲੇ ਨੰਬਰ 'ਤੇ ਇੱਥੇ ਦੇਖ ਰਹੇ ਹੋ, ਕਮਲ ਦਾ ਫੁੱਲ ਹੈ। ਇਹ ਜੋ ਪਾਰਟੀ ਦਾ ਨਿਸ਼ਾਨ ਹੈ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨ ਹੈ। ਫਿਰ ਅੱਗੇ ਅਸੀਂ ਦੇਖਦੇ ਹਾਂ ਪੰਜੇ ਦਾ ਨਿਸ਼ਾਨ, ਇਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਨਿਸ਼ਾਨ ਹੈ। ਇਸ ਤੋਂ ਅੱਗੇ ਤੁਸੀਂ ਦੇਖਦੇ ਹੋ ਖੱਬੇ ਹੱਥ ਹਾਥੀ ਦਾ ਨਿਸ਼ਾਨ ਬਣਿਆ ਹੋਇਆ ਹੈਗਾ। ਵਿਦਿਆਰਥੀਓ, ਇਹ ਬਹੁਜਨ ਸਮਾਜ ਪਾਰਟੀ ਦਾ ਨਿਸ਼ਾਨ ਹੈ। ਉਸ ਦੇ ਥੱਲੇ ਤੁਸੀਂ ਦੇਖਦੇ ਹੋ ਦਾਤੀ ਅਤੇ ਸਿੱਟੇ ਬਣੇ ਹੋਏ ਹੈਗੇ ਆ। ਇਹ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ ਪਾਰਟੀ ਦਾ ਨਿਸ਼ਾਨ ਹੈ। ਇਸ ਤੋਂ ਬਾਅਦ ਪੰਜਾਬ ਰਾਜ ਖੇਤਰੀ ਦਲ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਤਕੜੀ ਦਾ ਜੋ ਨਿਸ਼ਾਨ ਬਣਿਆ ਹੈਗਾ, ਇਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਨਿਸ਼ਾਨ ਹੈ। ਤਾਂ ਇਹ ਕੁਝ ਨਿਸ਼ਾਨ ਸਨ। ਹੁਣ ਆਪਾਂ ਗੱਲ ਕਰਾਂਗੇ ਰਾਸ਼ਟਰੀ ਦਲ ਕਾਂਗਰਸ ਬਾਰੇ। ਤਾਂ ਵਿਦਿਆਰਥੀਓ, ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਉਹ ਕਾਂਗਰਸ ਦਲ ਹੈ, ਜਿਸ ਦੀ ਸਥਾਪਨਾ 1885 ਈਸਵੀ ਵਿੱਚ ਹੋਈ ਸੀ। ਭਾਰਤ ਦੀ ਆਜ਼ਾਦੀ ਵਿੱਚ ਇਸ ਦਲ ਨੇ ਅਹਿਮ ਯੋਗਦਾਨ ਪਾਇਆ ਸੀ ਅਤੇ ਇਸ ਕਾਂਗਰਸ ਪਾਰਟੀ ਦੇ ਜੋ ਮੌਜੂਦਾ ਸਮੇਂ ਦੇ ਪ੍ਰਧਾਨ ਹਨ ਉਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਇਸ ਸਮੇਂ ਇਸ ਪਾਰਟੀ ਦੇ, ਇਸ ਦਲ ਦੇ, ਕਾਂਗਰਸ ਦੇ ਪ੍ਰਧਾਨ ਹਨ। ਰਾਸ਼ਟਰੀ ਦਲ ਕਾਂਗਰਸ, ਇਹਦਾ ਚੋਣ ਮਨੋਰਥ ਪੱਤਰ, ਮੁੱਖ ਨੀਤੀਆਂ ਅਤੇ ਪ੍ਰੋਗਰਾਮ। ਤਾਂ ਹੁਣ ਅਸੀਂ ਦੇਖਾਂਗੇ ਕਿ ਇਸ ਪਾਰਟੀ ਦੇ, ਇਸ ਦਲ ਦੇ ਚੋਣ ਮਨੋਰਥ ਪੱਤਰ ਜਾਂ ਇਸ ਦੀਆਂ ਮੁੱਖ ਨੀਤੀਆਂ ਅਤੇ ਪ੍ਰੋਗਰਾਮ ਕੀ ਹਨ। ਪਹਿਲੇ ਨੰਬਰ 'ਤੇ ਅਸੀਂ ਦੇਖਦੇ ਹਾਂ ਲੋਕਤੰਤਰੀ ਸਮਾਜਵਾਦ ਦਾ ਚਾਹਵਾਨ। ਤਾਂ ਇਹ ਜੋ ਦਲ ਹੈ ਇਹ ਲੋਕਤੰਤਰੀ ਸਮਾਜਵਾਦ ਦਾ ਚਾਹਵਾਨ ਹੈ। ਉਸ ਤੋਂ ਬਾਅਦ ਸਭ ਧਰਮਾਂ ਦਾ ਸਨਮਾਨ, ਕਿ ਇਹ ਸਭ ਧਰਮਾਂ ਨੂੰ ਬਰਾਬਰ ਅਤੇ ਸਭ ਧਰਮਾਂ ਦਾ ਸਨਮਾਨ ਜਿਹੜਾ ਹੈਗਾ ਇਸ ਦੀਆਂ ਨੀਤੀਆਂ ਦੇ ਵਿੱਚ ਸ਼ਾਮਲ ਹੈ। ਰੁਜ਼ਗਾਰ ਦੇ ਮੌਕੇ, ਇਸ ਵਿੱਚ ਅਸੀਂ ਵੇਖਾਂਗੇ ਕਿ ਜੋ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਹੈ ਉਹਨਾਂ ਲਈ ਦੇਸ਼ ਦੇ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਜਿਹੜੇ ਆ ਉਪਲਬਧ ਕਰਾਉਣਾ ਇਹਨਾਂ ਦੀਆਂ ਨੀਤੀਆਂ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ। ਆਰਥਿਕਤਾ ਨਾਲ ਜੁੜੇ ਸਭ ਧੰਦਿਆਂ ਦਾ ਵਿਕਾਸ ਕਰਨਾ। ਤਾਂ ਬੱਚਿਓ, ਆਰਥਿਕਤਾ ਨਾਲ ਜੁੜੇ ਚਾਹੇ ਕੋਈ ਇੰਡਸਟਰੀ ਹੈ ਜਿਹਨੂੰ ਆਪਾਂ ਉਦਯੋਗ ਕਹਿ ਦਿੰਦੇ ਹਾਂ, ਕੋਈ ਖੇਤੀਬਾੜੀ ਸੈਕਟਰ ਹੈਗਾ ਜਾਂ ਕੋਈ ਲਘੂ ਉਦਯੋਗ ਹੈ, ਉਹਨਾਂ ਨੂੰ ਉਹਨਾਂ ਦੇ ਵਿਕਾਸ
ਦੇ ਵਿੱਚ ਇਹੋ ਜਿਹੇ ਕੰਮ ਕਰਨੇ ਜੋ ਇਹਨਾਂ ਦੇ ਲਈ ਸਹਾਈ ਹੋ ਸਕਣ ਆਰਥਿਕਤਾ ਦੇ ਨਾਲ ਜੁੜੇ ਸਭ ਧੰਦਿਆਂ ਦੇ ਵਿੱਚ। ਅਜਿਹਾ ਇਸ ਪਾਰਟੀ ਦਾ ਪ੍ਰੋਗਰਾਮ ਹੈ। ਫਿਰ ਹੈਗਾ ਵਿਦੇਸ਼ੀ ਵਪਾਰ ਵਿੱਚ ਵਾਧਾ ਕਰਨਾ, ਕਿ ਦੂਸਰੇ ਮੁਲਕਾਂ ਨਾਲ ਦੇਸ਼ਾਂ ਨਾਲ ਵੱਧ ਤੋਂ ਵੱਧ ਵਪਾਰ ਕਰਨਾ। ਉਸ ਤੋਂ ਅੱਗੇ ਹੈਗਾ ਗਰੀਬੀ ਨੂੰ ਘਟਾਉਣਾ, ਕਿ ਦੇਸ਼ ਵਿੱਚੋਂ ਗਰੀਬੀ ਨੂੰ ਖਤਮ ਕਰਨ ਦਾ ਪ੍ਰੋਗਰਾਮ ਵੀ ਇਹਨਾਂ ਦੀਆਂ ਨੀਤੀਆਂ ਦੇ ਵਿੱਚ ਸ਼ਾਮਲ ਹੈ। ਹੁਣ ਆਪਾਂ ਸਹੀ ਗਲਤ ਦੀ ਚੋਣ ਕਰਾਂਗੇ ਤਾਂ ਕਿ ਆਪਾਂ ਦੁਹਰਾਈ ਕਰ ਸਕੀਏ। ਤਾਂ ਬੱਚਿਓ, ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਾਂਗਰਸ ਹੈ। ਇਹ ਤੁਸੀਂ ਦੱਸਣਾ ਹੈ ਕਿ ਇਹ ਸਹੀ ਹੈ ਕਿ ਗਲਤ ਹੈ। ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਾਂਗਰਸ ਹੈ। ਉਸ ਤੋਂ ਅੱਗੇ 2 ਨੰਬਰ 'ਤੇ ਅਸੀਂ ਦੇਖਦੇ ਹਾਂ, ਭਾਰਤ ਵਿੱਚ ਕਾਂਗਰਸ ਦੀ ਸਥਾਪਨਾ 1919 ਈਸਵੀ ਵਿੱਚ ਹੋਈ। ਭਾਰਤ ਵਿੱਚ ਕਾਂਗਰਸ ਦੀ ਸਥਾਪਨਾ 1919 ਈਸਵੀ ਵਿੱਚ ਹੋਈ। ਅੱਗੇ ਦੇਖਦੇ ਹਾਂ, ਗਰੀਬੀ ਹਟਾਉਣਾ ਕਾਂਗਰਸ ਦੀਆਂ ਨੀਤੀਆਂ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ। ਦੇਸ਼ ਵਿੱਚੋਂ ਗਰੀਬੀ ਨੂੰ ਹਟਾਉਣਾ ਕਾਂਗਰਸ ਦੀਆਂ ਨੀਤੀਆਂ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ। ਇਹ ਸਹੀ ਹੈ ਕਿ ਗਲਤ ਹੈ? ਇਸ ਬਾਰੇ ਤੁਸੀਂ ਸੋਚਣਾ ਹੈ ਔਰ ਸਹੀ ਉੱਤਰ ਸੋਚਣਾ ਹੈ। ਅੱਗੇ ਦੇਖੋ, ਮੌਜੂਦਾ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ। ਮੌਜੂਦਾ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ। ਤਾਂ ਇਹ 4 ਜਿਹੜੇ ਹੈਗੇ ਆ ਸਹੀ ਗਲਤ ਹੈ। ਆਓ ਬੱਚਿਓ ਇਹਨਾਂ ਦੇ ਆਪਾਂ ਉੱਤਰ ਦੇਖਦੇ ਹਾਂ। ਪਹਿਲਾ ਜਿਹੜਾ ਹੈ ਸੀ, ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਾਂਗਰਸ ਹੈ, ਇਹ ਸਹੀ ਹੈ। ਦੂਜਾ ਵਾਕ ਦੇਖਦੇ ਹਾਂ ਆਪਾਂ, ਭਾਰਤ ਵਿੱਚ ਕਾਂਗਰਸ ਦੀ ਸਥਾਪਨਾ 1919 ਈਸਵੀ ਵਿੱਚ ਹੋਈ। ਭਾਰਤ ਵਿੱਚ ਜੋ ਕਾਂਗਰਸ ਦੀ ਸਥਾਪਨਾ 1919 ਈਸਵੀ ਵਿੱਚ ਹੋਈ, ਇਹ ਗਲਤ ਹੈ ਕਿਉਂਕਿ ਬੱਚਿਓ 1885 ਈਸਵੀ ਵਿੱਚ ਹੋਈ ਸੀ। ਅੱਗੇ ਦੇਖਦੇ ਹਾਂ, ਗਰੀਬੀ ਹਟਾਉਣਾ ਕਾਂਗਰਸ ਦੀਆਂ ਨੀਤੀਆਂ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ। ਗਰੀਬੀ ਹਟਾਉਣਾ ਕਾਂਗਰਸ ਦੀਆਂ ਨੀਤੀਆਂ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ, ਇਹ ਸਹੀ ਹੈ। ਅੱਗੇ ਦੇਖਦੇ ਹਾਂ ਆਪਾਂ 4 ਨੰਬਰ 'ਤੇ, ਮੌਜੂਦਾ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ। ਮੌਜੂਦਾ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ, ਬਿਲਕੁਲ ਸਹੀ ਹੈ। ਸੋਨੀਆ ਗਾਂਧੀ ਜੀ ਇਸ ਸਮੇਂ ਕਾਂਗਰਸ ਦਲ ਦੇ ਜਾਂ ਪਾਰਟੀ ਦੇ ਜੋ ਪ੍ਰਧਾਨ ਹਨ। ਹੁਣ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਾਰੇ। ਤਾਂ ਵਿਦਿਆਰਥੀਓ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜੋ ਸਥਾਪਨਾ ਹੈ ਇਹ ਸੰਨ 1920 ਵਿੱਚ ਹੋਈ। ਆਜ਼ਾਦੀ ਪਿੱਛੋਂ ਰਾਜਨੀਤੀ ਵਿੱਚ ਅਹਿਮ ਭੂਮਿਕਾ। ਤਾਂ ਇਸ ਦਲ ਨੇ ਦੇਸ਼ ਦੀ ਆਜ਼ਾਦੀ ਪਿੱਛੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ। ਤਾਂ ਇਸ ਖੇਤਰੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ, ਜੋ ਕਿ ਰਾਸ਼ਟਰੀ ਪਾਰਟੀ ਹੈ, ਰਾਸ਼ਟਰੀ ਦਲ ਹੈ, ਉਸ ਨਾਲ ਗੱਠਜੋੜ ਕਰਕੇ ਆਪਣੀਆਂ ਕੇਂਦਰ ਦੇ ਵਿੱਚ ਜਿਹੜੀ ਹੈਗੀ ਹੈ ਸਰਕਾਰਾਂ ਬਣਾਈਆਂ ਹਨ। ਗੁਰਮਤਿ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ, ਇਹ ਇਹਨਾਂ ਦੇ ਜੋ ਆਪਾਂ ਕਹਿ ਦਈਏ ਮਨੋਰਥ ਪੱਤਰ ਜਾਂ ਪ੍ਰੋਗਰਾਮ ਵਿੱਚ ਸ਼ਾਮਲ ਹੈ। ਨਿਆਂ ਰਾਹੀਂ ਆਰਥਿਕ ਪ੍ਰਬੰਧ ਕਰਨਾ, ਅਨਪੜ੍ਹਤਾ ਨੂੰ ਦੂਰ ਕਰਨਾ, ਜਾਤ ਪਾਤ ਦੇ ਭੇਦ ਨੂੰ ਦੂਰ ਕਰਨਾ। ਤਾਂ ਇਹ ਇਹਨਾਂ ਦੇ ਜੋ ਪ੍ਰੋਗਰਾਮ ਜਾਂ ਨੀਤੀਆਂ ਦੇ ਵਿੱਚ ਕੁਝ ਗੱਲਾਂ ਹਨ ਇਸ ਪਾਰਟੀ ਦੇ, ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਹਨ। ਵਿਰੋਧੀ ਦਲ ਦੀ ਭੂਮਿਕਾ। ਹੁਣ ਆਪਾਂ ਗੱਲ ਕਰਾਂਗੇ ਵਿਰੋਧੀ ਦਲ ਬਾਰੇ। ਵਿਰੋਧੀ ਦਲ ਦੀ ਸਰਕਾਰ ਦੀਆਂ ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜਿਹੜਾ ਵਿਰੋਧੀ ਦਲ ਹੁੰਦਾ ਸਰਕਾਰ ਦੀਆਂ ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਰੋਧੀ ਦਲ ਬਿਨਾਂ ਲੋਕਤੰਤਰ ਜਿਹੜਾ ਖਤਮ ਹੋ ਜਾਂਦਾ ਹੈ। ਸੱਤਾਧਾਰੀ ਦਲ ਨੂੰ ਕਮੀਆਂ ਜਾਂ ਉਣਤਾਈਆਂ ਤੋਂ ਜਾਣੂ ਕਰਾਉਣਾ, ਇਹ ਵੀ ਵਿਰੋਧੀ ਦਲ ਦਾ ਕੰਮ ਹੁੰਦਾ ਹੈ।
ਸਰਕਾਰ ਗੈਰ ਜ਼ਿੰਮੇਵਾਰ ਅਤੇ ਤਾਨਾਸ਼ਾਹ ਬਣ ਸਕਦੀ ਹੈ। ਜੇ ਵਿਰੋਧੀ ਦਲ ਨਾ ਹੋਵੇ ਤਾਂ ਸਰਕਾਰ ਗੈਰ ਜ਼ਿੰਮੇਵਾਰ ਅਤੇ ਤਾਨਾਸ਼ਾਹ ਵੀ ਬਣ ਸਕਦੀ ਹੈ। ਸਰਕਾਰ ਨੂੰ ਮਨਮਾਨੀਆਂ ਕਰਨ ਤੋਂ ਰੋਕਦਾ ਹੈ। ਵਿਰੋਧੀ ਦਲ ਜੋ ਹੁੰਦਾ ਹੈ ਉਹ ਸਰਕਾਰ ਨੂੰ ਮਨਮਾਨੀਆਂ ਕਰਨ ਤੋਂ ਵੀ ਰੋਕਦਾ ਹੈ। ਗਠਬੰਧਨ ਵਾਲੀ ਜਾਂ ਬਹੁਦਲੀ ਸਰਕਾਰ। ਵਿਦਿਆਰਥੀਓ, ਜਦੋਂ ਕਿਸੇ ਦਲ ਦੇ ਵਿੱਚ ਕਿਸੇ ਦਲ ਨੂੰ ਜਿਹੜਾ ਲੋੜੀਂਦਾ ਬਹੁਮਤ ਨਹੀਂ ਮਿਲਦਾ, ਸਰਕਾਰ ਬਣਾਉਣ ਲਈ ਦੂਜੇ ਦਲ ਦਾ ਸਹਿਯੋਗ ਲੈਣਾ ਪੈਂਦਾ ਹੈ, ਤਾਂ ਜਦੋਂ ਦੂਸਰੇ ਦਲ ਦਾ ਸਹਿਯੋਗ ਲੈ ਕੇ ਸਰਕਾਰ ਬਣਾਈ ਜਾਂਦੀ ਹੈ ਤਾਂ ਉਹਨੂੰ ਕਹਿੰਦੇ ਆ ਬਹੁਦਲੀ ਸਰਕਾਰ, ਗਠਬੰਧਨ ਵਾਲੀ ਸਰਕਾਰ। ਇਹਦੇ ਵਿੱਚ ਕੀ ਹੁੰਦਾ ਹੈ, ਕਈ ਦਲਾਂ ਦੇ ਪ੍ਰਤੀਨਿਧ ਜਿਹੜੇ ਹੈ ਸ਼ਾਮਲ ਹੋ ਕੇ ਇੱਕ ਸਰਕਾਰ ਬਣਾਉਂਦੇ ਹਨ। ਹੁਣ ਆਪਾਂ ਖਾਲਿਸਤਾਨ ਭਰਾਂਗੇ ਤੇ ਦੁਹਰਾਈ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਡੈਸ਼ ਵਿੱਚ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਡੈਸ਼ ਵਿੱਚ ਹੋਈ। ਵਿਰੋਧੀ ਦਲ ਸਰਕਾਰ ਦੀਆਂ ਡੈਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਰੋਧੀ ਦਲ ਸਰਕਾਰ ਦੀਆਂ ਡੈਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਰੋਧੀ ਦਲ ਬਿਨਾਂ ਸਰਕਾਰ ਡੈਸ਼ ਅਤੇ ਡੈਸ਼ ਬਣ ਸਕਦੀ ਹੈ। ਵਿਰੋਧੀ ਦਲ ਬਿਨਾਂ ਸਰਕਾਰ ਡੈਸ਼ ਅਤੇ ਡੈਸ਼ ਬਣ ਸਕਦੀ ਹੈ। ਲੋੜੀਂਦਾ ਬਹੁਮਤ ਨਾ ਮਿਲਣ ਕਰਕੇ ਦੂਜੇ ਦਲਾਂ ਦੇ ਸਹਿਯੋਗ ਨਾਲ ਬਣੀ ਸਰਕਾਰ ਨੂੰ ਡੈਸ਼ ਸਰਕਾਰ ਕਹਿੰਦੇ ਹਨ। ਲੋੜੀਂਦੇ ਬਹੁਮਤ ਨਾ ਮਿਲਣ ਕਰਕੇ ਦੂਜੇ ਦਲਾਂ ਦੇ ਸਹਿਯੋਗ ਨਾਲ ਬਣੀ ਸਰਕਾਰ ਨੂੰ ਡੈਸ਼ ਸਰਕਾਰ ਕਹਿੰਦੇ ਹਨ। ਆਓ ਉੱਤਰ ਦੇਖਦੇ ਹਾਂ। ਤਾਂ ਪਹਿਲੇ ਦਾ ਉੱਤਰ ਹੈ 1920। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਈਸਵੀ ਵਿੱਚ ਹੋਈ। ਦੂਜੇ ਦਾ ਉੱਤਰ ਹੈ ਨੀਤੀਆਂ। ਵਿਰੋਧੀ ਦਲ ਸਰਕਾਰ ਦੀਆਂ ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਤੀਜੇ ਦਾ ਉੱਤਰ ਹੈ ਗੈਰ ਜ਼ਿੰਮੇਵਾਰ ਅਤੇ ਤਾਨਾਸ਼ਾਹ। ਵਿਰੋਧੀ ਦਲ ਬਿਨਾਂ ਸਰਕਾਰ, ਯਾਨੀ ਕਿ ਜਿਹੜੀ ਵਿਰੋਧੀ ਦਲ ਜਿਹੜਾ ਹੈਗਾ ਉਸ ਤੋਂ ਬਿਨਾਂ ਸਰਕਾਰ ਗੈਰ ਜ਼ਿੰਮੇਵਾਰ ਅਤੇ ਤਾਨਾਸ਼ਾਹ ਬਣ ਸਕਦੀ ਹੈ। ਅਗਲੇ ਦਾ ਉੱਤਰ ਹੈਗਾ ਗਠਬੰਧਨ। ਲੋੜੀਂਦਾ ਬਹੁਮਤ ਨਾ ਮਿਲਣ ਕਰਕੇ ਦੂਜੇ ਦਲਾਂ ਦੇ ਸਹਿਯੋਗ ਨਾਲ ਬਣੀ ਸਰਕਾਰ ਨੂੰ ਗਠਬੰਧਨ ਸਰਕਾਰ ਕਿਹਾ ਜਾਂਦਾ ਹੈ। ਤਾਂ ਆਓ ਬੱਚਿਓ, ਹੁਣ ਤੱਕ ਆਪਾਂ ਜੋ ਗਠਬੰਧਨ ਬਾਰੇ ਗੱਲ ਕੀਤੀ ਸੀ, ਹੁਣ ਆਪਾਂ ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨ ਜਿਹੜੇ ਪਿੱਛੇ ਆਪਾਂ ਤੁਹਾਨੂੰ ਦਿਖਾਏ ਸੀਗੇ ਉਹਨਾਂ ਦੀ ਆਪਾਂ ਇੱਕ ਦੁਹਰਾਈ ਕਰਾਂਗੇ ਸਵਾਲਾਂ ਦੇ ਰੂਪ ਵਿੱਚ। ਤਾਂ ਤੁਸੀਂ ਇੱਥੇ ਦੋ ਚੋਣ ਨਿਸ਼ਾਨ ਦੇਖ ਰਹੇ ਹੋ। ਪਹਿਲਾ ਹੈਗਾ ਕਮਲ ਦਾ ਫੁੱਲ, ਦੂਜਾ ਹੈਗਾ ਪੰਜਾ। ਤਾਂ ਤੁਸੀਂ ਸੋਚੋ ਕਿ ਪਹਿਲਾ ਜਿਹੜਾ ਹੈਗਾ ਨਿਸ਼ਾਨ ਉਹ ਕਿਸ ਪਾਰਟੀ ਦੇ ਨਾਲ ਸੰਬੰਧਿਤ ਹੈ, ਦੂਜਾ ਜਿਹੜਾ ਹੈਗਾ ਚੋਣ ਨਿਸ਼ਾਨ ਉਹ ਕਿਸ ਪਾਰਟੀ ਦੇ ਨਾਲ ਸੰਬੰਧਿਤ ਹੈ। ਆਪਾਂ ਹੁਣੇ ਹੀ ਗੱਲ ਕਰਕੇ ਹਟੇ ਹਾਂ, ਕਮਲ ਦਾ ਫੁੱਲ ਤੇ ਪੰਜਾ। ਅੱਗੇ ਹਾਥੀ ਦਾ ਨਿਸ਼ਾਨ, ਇਹ ਕਿਸ ਪਾਰਟੀ ਦਾ ਨਿਸ਼ਾਨ ਹੈ। ਦਾਤੀ ਤੇ ਸਿੱਟੇ ਜਿਹੜੇ ਬਣੇ ਹੋਏ ਹੈ ਇਹ ਕਿਸ ਪਾਰਟੀ ਦਾ ਨਿਸ਼ਾਨ ਹੈ। ਅਤੇ ਤਕੜੀ ਕਿਸ ਪਾਰਟੀ ਦਾ ਨਿਸ਼ਾਨ ਹੈ। ਤਾਂ ਤੁਹਾਡੇ ਸਾਹਮਣੇ ਜੋ ਹੈਗੇ ਹੈ ਆਪਾਂ 5 ਨਿਸ਼ਾਨ ਦਿੱਤੇ ਹੈ। ਕਮਲ ਦਾ ਫੁੱਲ, ਪੰਜੇ ਦਾ ਨਿਸ਼ਾਨ, ਹਾਥੀ ਦਾ ਨਿਸ਼ਾਨ, ਦਾਤੀ ਸਿੱਟੇ ਦਾ ਤੇ ਤਕੜੀ ਦਾ। ਤਾਂ ਮੈਨੂੰ ਆਸ ਹੈ ਕਿ ਤੁਹਾਡੇ ਮਨ ਦੇ ਵਿੱਚ ਉੱਤਰ ਆ ਗਏ ਹੋਣੇ ਆ। ਆਓ ਆਪਾਂ ਕਲੀਅਰ ਕਰਦੇ ਹਾਂ। ਤਾਂ ਕਮਲ ਦਾ ਨਿਸ਼ਾਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨ ਹੈ, ਔਰ ਪੰਜੇ ਦਾ ਨਿਸ਼ਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ, ਹਾਥੀ ਦਾ ਨਿਸ਼ਾਨ ਬਹੁਜਨ ਸਮਾਜ ਪਾਰਟੀ ਦਾ, ਦਾਤੀ ਤੇ ਸਿੱਟੇ ਦਾ ਨਿਸ਼ਾਨ ਜੋ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ ਦਾ, ਅਤੇ ਜੋ ਤਕੜੀ ਦਾ ਨਿਸ਼ਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ਹੈ। ਤਾਂ ਬੱਚਿਓ, ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।